ਬੱਚਿਓ ਅੱਜ ਦੀ ਜਿਹੜੀ ਵੀਡੀਓ ਹੈ ਇਹ +2 ਕਲਾਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ +2 ਦੇ ਐਗਜ਼ਾਮਸ ਦੇ ਵਿੱਚ ਜਿਹੜਾ ਹਾਈਬ੍ਰਿਡਾਈਜੇਸ਼ਨ ਦੇ ਉੱਪਰ ਕੁਐਸਚਨ ਆਉਂਦਾ ਹੈ ਉਹ 1 ਮਾਰਕ ਕੁਐਸਚਨ ਹੁੰਦਾ ਹੈ, ਜਿਸ ਵਿੱਚ ਹਾਈਬ੍ਰਿਡਾਈਜੇਸ਼ਨ ਨੂੰ ਕਿਸੇ ਵੀ ਮੋਲੀਕਿਊਲ ਦੀ ਹਾਈਬ੍ਰਿਡਾਈਜੇਸ਼ਨ ਨੂੰ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕਰਨਾ ਹੁੰਦਾ। ਸਿੰਪਲੀ ਅਸੀਂ ਉਸ ਮੋਲੀਕਿਊਲ ਦੀ ਹਾਈਬ੍ਰਿਡਾਈਜੇਸ਼ਨ, ਉਸ ਦੀ ਜਿਓਮੈਟਰੀ ਲਿਖਣੀ ਹੁੰਦੀ ਹੈ। ਇਸ ਲਈ ਇਹ ਕੋਈ ਨਾ ਕੋਈ ਸ਼ਾਰਟਕਟ ਮੈਥਡ ਜਿਹੜਾ ਹੈ ਉਹ ਪਤਾ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਥੋੜ੍ਹੇ ਸਮੇਂ ਦੇ ਵਿੱਚ ਹਾਈਬ੍ਰਿਡਾਈਜੇਸ਼ਨ ਜਿਹੜੀ ਹੈ ਉਹ ਪਤਾ ਕਰ ਸਕਦੇ ਹੋ। ਸੋ ਅੱਜ ਮੈਂ ਇਹੀ ਟੌਪਿਕ ਲੈ ਕੇ ਆਇਆ ਤੁਹਾਡੇ ਲਈ। ਇਸ ਵਿੱਚ ਪ੍ਰੀ ਨੌਲੇਜ ਤੁਹਾਨੂੰ ਇਹ ਹੋਣੀ ਚਾਹੀਦੀ ਹੈ ਕਿ ਜਿਸ ਵੀ ਸੈਂਟਰਲ ਐਟਮ ਦੀ ਹਾਈਬ੍ਰਿਡਾਈਜੇਸ਼ਨ ਅਸੀਂ ਕੈਲਕੂਲੇਟ ਕਰਨੀ ਹੈ ਉਸ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਪਹਿਲਾਂ ਤੋਂ ਹੀ। ਇਸੇ ਤਰ੍ਹਾਂ ਜਿਹੜੇ ਸਰਾਊਂਡਿੰਗ ਐਟਮਸ ਹੋਣਗੇ ਜਾਂ ਐਲੀਮੈਂਟਸ ਹੋਣਗੇ, ਮੋਸਟ ਕਾਮਨਲੀ ਜਿਹੜੇ ਯੂਜ਼ ਹੁੰਦੇ ਆ, ਉਹਨਾਂ ਦੀ ਵੈਲੈਂਸੀ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਵੀ ਮੈਂ ਪਹਿਲਾਂ ਦੱਸ ਚੁੱਕਾ ਹਾਂ। ਜਿਸ ਤਰ੍ਹਾਂ ਹਾਈਡਰੋਜਨ ਦੀ ਵੈਲੈਂਸੀ 1 ਹੁੰਦੀ ਹੈ, ਇਸੇ ਤਰ੍ਹਾਂ ਹੈਲੋਜਨਸ ਜਿਹੜੇ ਹੁੰਦੇ ਹਨ, ਜੇ ਅਸੀਂ ਉਹਨਾਂ ਨੂੰ X ਦੇ ਨਾਲ ਰਿਪਰੈਜ਼ੈਂਟ ਕਰ ਦਿੰਦੇ ਹਾਂ, ਜਿਹਦੇ ਵਿੱਚ ਕਲੋਰੀਨ, ਬਰੋਮੀਨ, ਫਲੋਰੀਨ, ਆਇਓਡੀਨ ਸਾਰੇ ਆਉਂਦੇ ਆ, ਇਹਨਾਂ ਦੀ ਵੈਲੈਂਸੀ ਵੀ 1 ਹੁੰਦੀ ਹੈ। ਆਕਸੀਜਨ ਦੀ ਗੱਲ ਕਰੀਏ ਤਾਂ ਇਹਦੀ ਵੈਲੈਂਸੀ 2 ਹੁੰਦੀ ਹੈ। ਨਾਈਟ੍ਰੋਜਨ ਦੀ ਗੱਲ ਕਰੀਏ ਤਾਂ ਇਹਦੀ ਵੈਲੈਂਸੀ 3 ਹੁੰਦੀ ਹੈ। ਠੀਕ ਹੈ ਜੀ। ਮੋਸਟ ਕਾਮਨ ਜਿਹੜੇ ਸਰਾਊਂਡਿੰਗ ਐਟਮਸ ਹੁੰਦੇ ਆ ਉਹਨਾਂ ਦੀ ਵੈਲੈਂਸੀ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਸਟੈਪਸ ਦੇ ਬਾਰੇ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਹੈ ਕਿ ਜੀ ਤੁਸੀਂ ਸੈਂਟਰਲ ਐਟਮ ਫਾਈਂਡ ਆਊਟ ਕਰਨਾ ਕਿਸੇ ਮੋਲੀਕਿਊਲ ਔਰ ਆਇਨ ਦੇ ਵਿੱਚ ਕਿ ਸੈਂਟਰਲ ਐਟਮ ਕਿਹੜਾ ਹੈ। ਜਦੋਂ ਤੁਸੀਂ ਸੈਂਟਰਲ ਐਟਮ ਪਤਾ ਕਰ ਲਿਆ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਤੁਹਾਡਾ ਇਹ ਹੋਏਗਾ ਕਿ ਤੁਸੀਂ ਵੈਲੈਂਸ ਇਲੈਕਟ੍ਰੋਨਸ ਉਹਦੇ ਵਿੱਚ ਕਿੰਨੇ ਹੈਗੇ ਆ ਉਹ ਤੁਸੀਂ ਦੇਖਣੇ ਹਨ ਅਤੇ ਉਹਨਾਂ ਨੂੰ ਐਜ਼ ਕ੍ਰੋਸ ਰਿਪਰੈਜ਼ੈਂਟ ਕਰ ਲੈਣਾ ਹੈ ਕਿਸੇ ਰਫ ਸਾਈਡ ਦੇ ਉੱਤੇ ਕ੍ਰੋਸਿਸ ਦੀ ਫਾਰਮ 'ਚ। ਜੇਕਰ ਤੁਸੀਂ ਕਿਸੇ ਆਇਨ ਦੇ ਵਿੱਚ ਹਾਈਬ੍ਰਿਡਾਈਜੇਸ਼ਨ ਨੋਟ ਕਰ ਰਹੇ ਹੋ ਤਾਂ ਫਿਰ ਅਗਰ ਉਹ ਨੈਗੇਟਿਵਲੀ ਚਾਰਜਡ ਆਇਨ ਹੈ, ਜਿੰਨੇ ਨੈਗੇਟਿਵ ਚਾਰਜ ਹੋਣਗੇ ਉਨੇ ਇਲੈਕਟ੍ਰੋਨ ਐਡ ਕਰ ਦੇਣੇ ਹਨ। ਠੀਕ ਹੈ ਜੀ, ਵੈਲੈਂਸ ਇਲੈਕਟ੍ਰੋਨਸ ਦੇ ਕੇਸ 'ਚ। ਅਤੇ ਅਗਰ ਪੋਜ਼ੀਟਿਵ ਚਾਰਜ ਹੋਏਗਾ ਤਾਂ ਉਨੇ ਹੀ ਇਲੈਕਟ੍ਰੋਨ ਸਬਟਰੈਕਟ ਕਰ ਦੇਣੇ ਹਨ ਵੈਲੈਂਸ ਇਲੈਕਟ੍ਰੋਨਸ ਦੇ ਵਿੱਚੋਂ। ਲਾਸਟ ਦੇ ਵਿੱਚ ਤੁਸੀਂ ਸਿਗਮਾ ਬੌਂਡਸ ਅਤੇ ਪਾਈ ਬੌਂਡਸ ਬਣਾਉਣੇ ਹਨ, ਉਹਨਾਂ ਦੀ ਵੈਲੈਂਸੀ ਨੂੰ ਧਿਆਨ ਵਿੱਚ ਰੱਖਦੇ ਹੋਏ, ਅਤੇ ਬਾਕੀ ਬਚਦੇ ਇਲੈਕਟ੍ਰੋਨਸ ਨੂੰ ਐਜ਼ ਲੋਨ ਪੇਅਰ ਅਸੀਂ ਕੰਸੀਡਰ ਕਰ ਲੈਣਾ ਹੈ। ਜੋ ਸਾਡੇ ਕੋਲ ਵੈਲਿਊ ਆਏਗੀ ਉਹ ਤੁਸੀਂ ਨੋਟ ਕਰਨੀ ਹੈ, ਨੰਬਰ ਆਫ ਸਿਗਮਾ ਬੌਂਡਸ ਕਿੰਨੇ ਬਣੇ ਪਲੱਸ ਨੰਬਰ ਆਫ ਲੋਨ ਪੇਅਰਸ ਕਿੰਨੇ ਆਏ। ਮਤਲਬ 2 ਇਲੈਕਟ੍ਰੋਨ ਦਾ ਇੱਕ ਲੋਨ ਪੇਅਰ ਆਏਗਾ ਤਾਂ ਉਹਨੂੰ 1 ਗਿਣਨਾ ਹੈ। ਠੀਕ ਹੈ ਜੀ। ਅਗਰ 4 ਇਲੈਕਟ੍ਰੋਨਸ ਬਚਦੇ ਹੋਣਗੇ ਤਾਂ ਫਿਰ ਉਹਦੇ 2 ਲੋਨ ਪੇਅਰਸ ਆ ਜਾਣਗੇ, ਉਹਨੂੰ ਅਸੀਂ 2 ਗਿਣਨਾ ਹੈ। ਠੀਕ ਹੈ। ਉਹਦੇ ਵਿੱਚ ਅਸੀਂ ਸਿਗਮਾ ਬੌਂਡਸ ਐਡ ਕਰ ਦੇਣੇ ਆ ਅਤੇ ਜਿਹੜੀ ਵੈਲਿਊ ਆਏਗੀ ਤਾਂ ਉਸ ਵੈਲਿਊ ਨੂੰ ਤੁਸੀਂ ਦੇਖਣਾ ਹੈ। ਅਗਰ ਉਹ ਵੈਲਿਊ 2 ਹੋਏਗੀ ਤਾਂ ਉਹਦੀ ਹਾਈਬ੍ਰਿਡਾਈਜੇਸ਼ਨ SP ਹੋਏਗੀ। ਅਗਰ ਵੈਲਿਊ 3 ਆ ਗਈ ਤਾਂ ਉਹਦੀ SP2 ਹੋਏਗੀ। ਅਗਰ 4 ਆ ਗਈ SP3 ਹੋਏਗੀ। 5 ਆ ਜਾਏਗੀ ਤਾਂ SP3D ਹੋਏਗੀ। 6 ਆ ਜਾਏਗੀ ਵੈਲਿਊ ਤਾਂ SP3D2 ਹੋ ਜਾਏਗੀ। ਜੇ 7 ਆ ਜਾਏਗੀ ਤਾਂ SP3D3 ਹੋ ਜਾਏਗੀ। ਇਹਦਾ ਮਤਲਬ ਉਸ ਵੈਲਿਊ ਤੋਂ ਤੁਸੀਂ ਈਜ਼ੀਲੀ ਜੱਜ ਕਰ ਸਕਦੇ ਹਾਂ ਕਿ ਉਸ ਸੈਂਟਰਲ ਐਟਮ ਦੀ ਹਾਈਬ੍ਰਿਡਾਈਜੇਸ਼ਨ ਕੀ ਹੈ। ਥੋੜ੍ਹਾ ਜਿਹਾ ਇਹਦੇ ਵਿੱਚ ਹੋਰ ਇਲੈਬੋਰੇਟ ਕਰਦੇ ਹਾਂ ਕਿ ਕਈ ਵਾਰੀ ਲੋਨ ਪੇਅਰ ਆਫ ਇਲੈਕਟ੍ਰੋਨਸ ਵੀ ਆਏ ਹੁੰਦੇ ਹਨ। ਲੋਨ ਪੇਅਰ ਆਫ ਇਲੈਕਟ੍ਰੋਨਸ ਦੇ ਕੇਸ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕਰਨਾ ਹੈ, ਅਸੀਂ ਇੱਥੇ ਇੱਕ ਹਾਈਬ੍ਰਿਡਾਈਜੇਸ਼ਨ ਨੂੰ ਅਸੀਂ ਲਿਖਦੇ ਹਾਂ ਕਿ ਉਸ ਵਿੱਚ ਕੀ ਕੀ ਪੋਸੀਬਿਲਿਟੀਜ਼ ਹੋ ਸਕਦੀਆਂ ਹਨ। ਮੰਨ ਲਓ ਸਾਡੇ ਕੋਲ ਹਾਈਬ੍ਰਿਡਾਈਜੇਸ਼ਨ ਹੈ SP ਹਾਈਬ੍ਰਿਡਾਈਜੇਸ਼ਨ ਜਿਹੜੀ ਹੈ, ਅਗਰ ਤਾਂ 0 ਲੋਨ ਪੇਅਰ ਸਾਰੇ ਹੀ ਸਾਰੇ ਬੌਂਡ ਪੇਅਰਸ ਹੋਣਗੇ ਤਾਂ ਸਾਨੂੰ ਪਤਾ ਹੈ ਜਿਓਮੈਟਰੀ ਬਣਦੀ ਹੈ ਲੀਨੀਅਰ। ਇਹਦੇ ਵਿੱਚ ਐਗਜ਼ਾਮਪਲਸ ਅਸੀਂ BeF2 ਐਕਸਪਲੇਨ ਕਰ ਲਈ ਹੈ, ਇਸੇ ਤਰ੍ਹਾਂ BeCl2, ਇਸੇ ਤਰ੍ਹਾਂ ਐਸੀਟਲੀਨ ਮੋਲੀਕਿਊਲ। ਠੀਕ ਹੈ ਜੀ। ਐਗਜ਼ਾਮਪਲਸ ਕਰਾਂਗੇ, ਅਸੀਂ ਦੇਖਾਂਗੇ। ਇਹ ਮੈਂ ਸਿਰਫ ਤੁਹਾਨੂੰ ਦੱਸ ਰਿਹਾ ਹਾਂ ਕਿ SP ਦੇ ਵਿੱਚ ਹੋਰ ਪੋਸੀਬਿਲਿਟੀਜ਼ ਕੀ ਹੋ ਸਕਦੀਆਂ, ਕਿਉਂਕਿ ਇਹਦੇ ਵਿੱਚ ਤਾਂ ਕੋਈ ਵੀ ਲੋਨ ਪੇਅਰ ਨਹੀਂ ਆਏਗਾ। ਠੀਕ ਹੈ ਜੀ। ਅਤੇ ਸਾਰੇ ਦੇ ਸਾਰੇ ਬੌਂਡ ਪੇਅਰਸ ਹੋਣਗੇ, ਇਸ ਕਰਕੇ ਜਿਓਮੈਟਰੀ ਲੀਨੀਅਰ ਹੋਏਗੀ। ਸੈਕਿੰਡ ਜਿਓਮੈਟਰੀ ਹੈ SP2। ਹੁਣ SP2 ਜਦੋਂ ਜਿਓਮੈਟਰੀ ਆਉਂਦੀ ਹੈ, ਇੱਕ ਤਾਂ ਪੋਸੀਬਿਲਿਟੀ ਇਹ ਹੋ ਸਕਦੀ ਹੈ ਕਿ ਸਾਰੇ ਦੇ ਸਾਰੇ ਬੌਂਡ ਪੇਅਰਸ ਹੋਣਗੇ, ਇੱਥੇ ਲੋਨ ਪੇਅਰ ਜਿਹੜਾ ਹੈ ਉਹ 0 ਹੋਏਗਾ। ਉਸ ਕੇਸ ਦੇ ਵਿੱਚ ਸਾਨੂੰ ਪਤਾ ਹੈ ਸਾਡੀ ਜਿਓਮੈਟਰੀ ਆਉਂਦੀ ਹੈ ਟਰਾਈਗੋਨਲ ਪਲੇਨਰ।
ਟ੍ਰਾਈਗੋਨਲ ਪਲੇਨਰ, ਇਹਦੇ ਵਿੱਚ ਐਗਜ਼ਾਮਪਲਸ ਤੁਸੀਂ ਕਰ ਲਈਆਂ ਹਨ। BF3 ਦੀ ਐਗਜ਼ਾਮਪਲ ਕਾਫੀ ਇੰਪੋਰਟੈਂਟ ਹੈ, BCl3 ਇਹ ਵੀ ਇਹਦੇ 'ਚ ਹੀ ਆਉਂਦਾ ਹੈ। ਅਗਰ ਕੋਈ ਆਇਨਸ ਦੇਖਣੇ ਹਨ ਤਾਂ ਫਿਰ ਕਾਰਬੋਨੇਟ ਆਇਨ ਅਸੀਂ ਪ੍ਰੀਵੀਅਸ ਵੀਡੀਓ 'ਚ ਐਕਸਪਲੇਨ ਕੀਤਾ। ਇਸੇ ਤਰ੍ਹਾਂ ਨਾਈਟ੍ਰੇਟ ਆਇਨ ਵੀ ਸਾਡੇ ਕੋਲ ਟ੍ਰਾਈਗੋਨਲ ਪਲੇਨਰ ਅਰੇਂਜਮੈਂਟ ਜਾਂ sp2 ਹਾਈਬ੍ਰਿਡੇਸ਼ਨ ਐਕਸਪਲੇਨ ਹੁੰਦੀ ਹੈ। ਸੈਕੰਡ ਕੰਡੀਸ਼ਨ ਇਹ ਹੋ ਸਕਦੀ ਹੈ ਕਿ ਇਸ ਦੇ ਵਿੱਚ ਇੱਕ ਲੋਨ ਪੇਅਰ ਆ ਜਾਏਗਾ, ਮਤਲਬ sp2 ਜਿਓਮੈਟਰੀ ਟ੍ਰਾਈਗੋਨਲ ਪਲੇਨਰ ਹੀ ਰਹੇਗੀ, ਪਰ ਲੋਨ ਪੇਅਰ ਆਉਣ ਦੇ ਨਾਲ ਇਹਦੀ ਸ਼ੇਪ ਚੇਂਜ ਹੋ ਜਾਏਗੀ ਅਤੇ ਇੱਥੇ ਹੁਣ ਇਹਦੀ ਸ਼ੇਪ ਜਿਹੜੀ ਹੈ ਉਹ ਬੈਂਟ ਹੋ ਜਾਏਗੀ ਜਾਂ ਔਰ ਐਂਗੂਲਰ ਹੋ ਜਾਏਗੀ, ਔਰ ਇਹਨੂੰ ਅਸੀਂ ਵੀ ਸ਼ੇਪ ਕਹਿ ਦਿੰਦੇ ਹਾਂ, ਵੀ ਸ਼ੇਪ ਹੋ ਜਾਏਗੀ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਐਗਜ਼ਾਮਪਲ ਕਰਦੇ ਹਾਂ SO2 ਦੀ, ਇਸੇ ਤਰ੍ਹਾਂ SnCl2 ਦੀ ਐਗਜ਼ਾਮਪਲ ਇਸ ਵਿੱਚ ਆਉਂਦੀ ਹੈ। ਇਹ ਪੋਸੀਬਿਲਿਟੀਜ਼ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣੀਆਂ ਹਨ ਬਿਠਾ ਕੇ ਕਿ ਕਿਸ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਜਿਹੜੀਆਂ ਹਨ ਉਹ ਬਣ ਸਕਦੀਆਂ ਹਨ। ਅਗਲੀ ਪੋਸੀਬਿਲਿਟੀ ਦੇਖਦੇ ਹਾਂ, ਅਗਲੀ ਹਾਈਬ੍ਰਿਡੇਸ਼ਨ ਹੈ sp3। ਹੁਣ ਦੇਖੋ sp3 ਦੇ ਵਿੱਚ ਜੇਕਰ ਤਾਂ ਲੋਨ ਪੇਅਰ 0 ਤੇ ਫਿਰ ਅਸੀਂ ਐਗਜ਼ਾਮਪਲ ਕਰਦੇ ਹਾਂ ਜਿਹੜੀ ਜਿਓਮੈਟਰੀ ਹੁੰਦੀ ਹੈ ਟੈਟਰਾਹੈਡਰਲ, ਜਿਓਮੈਟਰੀ ਹੁੰਦੀ ਹੈ ਟੈਟਰਾਹੈਡਰਲ ਅਤੇ ਐਗਜ਼ਾਮਪਲਸ ਅਸੀਂ ਕੀਤੀਆਂ CH4 ਬਹੁਤ ਇੰਪੋਰਟੈਂਟ। ਇਸੇ ਤਰ੍ਹਾਂ ਅਮੋਨੀਅਮ ਆਇਨ ਇਹ ਵੀ ਇਹਦੇ ਵਿੱਚ ਹੀ ਆਉਂਦਾ ਹੈ, ClO4 1 ਨੈਗੇਟਿਵ ਇਹ ਵੀ ਇਹਦੇ 'ਚ ਹੀ ਆਏਗਾ। ਇਸੇ ਤਰ੍ਹਾਂ XeO4 ਇਹ ਸਾਰੀਆਂ ਹੀ ਐਗਜ਼ਾਮਪਲਸ ਦੀ ਜਿਓਮੈਟਰੀ ਟੈਟਰਾਹੈਡਰਲ ਹੋਏਗੀ ਜਿਨ੍ਹਾਂ ਦੇ ਵਿੱਚ ਕੋਈ ਵੀ ਲੋਨ ਪੇਅਰ ਨਹੀਂ ਹੈ। ਹੁਣ ਦੂਸਰੀ ਪੋਸੀਬਿਲਿਟੀ ਕੀ ਹੈ, ਇਹਨਾਂ ਦੇ ਵਿੱਚ ਇੱਕ ਲੋਨ ਪੇਅਰ ਆ ਜਾਏਗਾ। ਠੀਕ ਹੈ ਜੀ। ਵੈਲਿਊ 4 ਹੈ, ਚਾਰਾਂ ਦੇ ਵਿੱਚੋਂ ਇੱਕ ਲੋਨ ਪੇਅਰ ਹੈ, 3 ਬੌਂਡ ਪੇਅਰ ਹੋਣਗੇ। ਠੀਕ ਹੈ ਜੀ। ਉਸ ਕੇਸ ਦੇ ਵਿੱਚ ਅਸੀਂ ਦੇਖਿਆ ਹੈ ਸਾਡੇ ਕੋਲ ਜਿਹੜੀ ਸ਼ੇਪ ਹੈ ਦੈਟ ਇਜ਼ ਪਿਰਾਮਿਡਲ ਆ ਜਾਂਦੀ ਹੈ। ਇਸ ਵਿੱਚ ਸ਼ੇਪ ਕੀ ਆ ਜਾਏਗੀ, ਪਿਰਾਮਿਡਲ। ਐਗਜ਼ਾਮਪਲ ਅਸੀਂ ਕੀਤੀ ਹੋਈ ਆ NH3 ਦੀ ਐਗਜ਼ਾਮਪਲ ਹੈ। ਇਸੇ ਤਰ੍ਹਾਂ ਇਹਦੇ ਵਿੱਚ XeO3 ਦੀ ਐਗਜ਼ਾਮਪਲ ਹੈ। ਥਰਡ ਕੇਸ ਇਹ ਹੋ ਸਕਦਾ ਹੈ ਕਿ ਇਸ ਵਿੱਚ ਸਾਡੇ ਕੋਲ 2 ਲੋਨ ਪੇਅਰ ਆ ਜਾਣਗੇ ਅਤੇ 2 ਬੌਂਡ ਪੇਅਰ ਹੋਣਗੇ। ਠੀਕ ਹੈ ਜੀ। ਇਹਦੇ ਵਿੱਚ ਫਿਰ ਉਸ ਦੀ ਸ਼ੇਪ ਜਿਹੜੀ ਹੈ ਉਹ ਸਾਡੇ ਕੋਲ ਬੈਂਟ ਹੋ ਜਾਂਦੀ ਹੈ, ਵੀ ਸ਼ੇਪ ਹੋ ਜਾਂਦੀ ਹੈ, ਜਿਹਨੂੰ ਅਸੀਂ ਐਂਗੂਲਰ ਵੀ ਕਹਿ ਦਿੰਦੇ ਹਾਂ, ਐਂਗੂਲਰ ਵੀ ਹੋ ਸਕਦੀ ਹੈ। ਠੀਕ ਹੈ ਜੀ। ਅਤੇ ਇਸ ਵਿੱਚ ਐਗਜ਼ਾਮਪਲ ਬਹੁਤ ਇੰਪੋਰਟੈਂਟ ਅਸੀਂ ਪੜ੍ਹਦੇ ਹਾਂ ਵਾਟਰ ਦੀ ਐਗਜ਼ਾਮਪਲ। ਠੀਕ ਹੈ, ਜਿਹਦੇ ਵਿੱਚ 2 ਲੋਨ ਪੇਅਰ ਹੁੰਦੇ ਹਨ ਅਤੇ 2 ਬੌਂਡ ਪੇਅਰ ਹੁੰਦੇ ਹਨ। ਇਹ ਹੋ ਗਿਆ sp3 ਦੇ ਬਾਰੇ। ਨੈਕਸਟ ਅਸੀਂ ਹਾਈਬ੍ਰਿਡੇਸ਼ਨ ਦੇਖਦੇ ਹਾਂ sp3d। ਹੁਣ sp3d ਦੇ ਵਿੱਚ ਜੇਕਰ ਤਾਂ ਲੋਨ ਪੇਅਰ 0 ਹੋਏਗਾ, ਕੋਈ ਲੋਨ ਪੇਅਰ ਨਹੀਂ ਹੋਏਗਾ, ਤਾਂ ਫਿਰ ਸਾਨੂੰ ਪਤਾ ਹੈ ਇਹਦੀ ਜਿਓਮੈਟਰੀ ਹੁੰਦੀ ਹੈ ਟ੍ਰਾਈਗੋਨਲ ਬਾਈਪਿਰਾਮਿਡਲ। ਠੀਕ ਹੈ ਜੀ। ਟ੍ਰਾਈਗੋਨਲ ਬਾਈਪਿਰਾਮਿਡਲ ਦੇ ਵਿੱਚ ਤੁਸੀਂ ਐਗਜ਼ਾਮਪਲ ਪੜ੍ਹੀ ਹੋਈ PF5 PCl5। ਇਸੇ ਤਰ੍ਹਾਂ ਸੈਕੰਡ ਆਪਸ਼ਨ ਇਹ ਹੋ ਸਕਦੀ ਹੈ ਕਿ ਇਸ ਵਿੱਚ ਇੱਕ ਲੋਨ ਪੇਅਰ ਆ ਜਾਏਗਾ, 4 ਬੌਂਡ ਪੇਅਰ ਹੋਣਗੇ, ਇੱਕ ਲੋਨ ਪੇਅਰ ਹੋਏਗਾ। ਫਿਰ ਜਿਓਮੈਟਰੀ ਟ੍ਰਾਈਗੋਨਲ ਬਾਈਪਿਰਾਮਿਡਲ ਹੀ ਰਹਿੰਦੀ ਹੈ ਪਰ ਸ਼ੇਪ ਸੀਸੌ ਹੋ ਜਾਂਦੀ ਹੈ, ਸੀਸੌ ਸ਼ੇਪ। ਇਹਦੇ ਵਿੱਚ ਐਗਜ਼ਾਮਪਲ ਤੁਸੀਂ ਪੜ੍ਹੀ ਹੈ SF4, ਇਸੇ ਤਰ੍ਹਾਂ XeO2F2 ਇਹ ਐਗਜ਼ਾਮਪਲ ਅਸੀਂ ਕਰਾਂਗੇ। ਇਸੇ ਤਰ੍ਹਾਂ ਥਰਡ ਕੇਸ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ 2 ਲੋਨ ਪੇਅਰ ਹੋਣਗੇ ਅਤੇ 3 ਬੌਂਡ ਪੇਅਰ ਹੋਣਗੇ। ਇਸ ਵਿੱਚ ਇਹਦੀ ਸ਼ੇਪ ਜਿਹੜੀ ਹੈ ਉਹ ਟੀ ਸ਼ੇਪ ਹੋ ਜਾਂਦੀ ਹੈ। ਟੀ ਸ਼ੇਪ ਦੇ ਵਿੱਚ ਅਸੀਂ ਐਗਜ਼ਾਮਪਲਸ ਕਰਨੀ ਹੈ ClF3 ਦੀ, ClF3, XeOF2 ਦੀ ਐਗਜ਼ਾਮਪਲ ਕਰਨੀ ਹੈ। ਇੱਕ ਹੋਰ ਕੇਸ ਹੋ ਸਕਦਾ ਹੈ ਜੇਕਰ ਲੋਨ ਪੇਅਰ 3 ਆ ਜਾਣ, ਸਿਰਫ 2 ਬੌਂਡ ਪੇਅਰ ਹੋਣਗੇ, 3 ਲੋਨ ਪੇਅਰ, ਤਾਂ ਸ਼ੇਪ ਹੋ ਜਾਏਗੀ ਲੀਨੀਅਰ। ਦੇਖੋ ਜਿਓਮੈਟਰੀ ਟ੍ਰਾਈਗੋਨਲ ਬਾਈਪਿਰਾਮਿਡਲ ਹੀ ਰਹੇਗੀ, ਸ਼ੇਪ ਲੀਨੀਅਰ ਹੋ ਜਾਏਗੀ। ਇਸ ਵਿੱਚ ਐਗਜ਼ਾਮਪਲ ਅਸੀਂ XeF2 ਦੀ ਕਰ ਸਕਦੇ ਹਾਂ, ICl2 1 ਨੈਗੇਟਿਵ ਦੀ ਕਰ ਸਕਦੇ ਹਾਂ। ਠੀਕ ਹੈ ਜੀ। ਨੈਕਸਟ ਸਾਡੇ ਕੋਲ ਹਾਈਬ੍ਰਿਡੇਸ਼ਨ ਹੈ sp3d2। ਠੀਕ ਹੈ ਜੀ। ਤੁਹਾਨੂੰ ਪਤਾ ਹੈ ਜੇਕਰ ਲੋਨ ਪੇਅਰ ਇਹਦੇ ਵਿੱਚ 0 ਹੁੰਦਾ ਹੈ ਤਾਂ ਦੈਨ ਔਕਟਾਹੈਡਰਲ ਜਿਓਮੈਟਰੀ ਹੁੰਦੀ ਹੈ। ਔਕਟਾਹੈਡਰਲ ਦੇ ਵਿੱਚ ਅਸੀਂ ਐਗਜ਼ਾਮਪਲ SF6 ਦੀ ਕਰਕੇ ਆ ਚੁੱਕੇ ਹਾਂ। ਅਗਰ ਲੋਨ ਪੇਅਰ ਇੱਕ ਹੋਏਗਾ, ਇੱਕ ਲੋਨ ਪੇਅਰ ਹੋਏਗਾ, ਦੈਨ ਸਾਡੇ ਕੋਲ ਇਹ ਜਿਹੜੀ ਜਿਓਮੈਟਰੀ ਇਹੀ ਰਹੇਗੀ ਔਕਟਾਹੈਡਰਲ, ਪਰ ਸ਼ੇਪ ਜਿਹੜੀ ਹੈ ਉਹ ਸਾਡੇ ਕੋਲ ਸਕੇਅਰ ਪਿਰਾਮਿਡਲ ਹੋ ਜਾਏਗੀ, ਸਕੇਅਰ ਪਿਰਾਮਿਡਲ।
ਇਹਦੇ ਵਿੱਚ ਐਗਜ਼ਾਮਪਲ ਅਸੀਂ ਕਰਨੀ ਹੈ IF5, ਇਸੇ ਤਰ੍ਹਾਂ XEOF4, ਇਸੇ ਤਰ੍ਹਾਂ BRF5। ਜਾਂ ਇਹ ਹੋ ਸਕਦਾ ਹੈ ਕਿ ਇਸ ਵਿੱਚ 2 ਲੋਨ ਪੇਅਰ ਆ ਜਾਣ, 2 ਲੋਨ ਪੇਅਰਸ ਤੇ 4 ਬੌਂਡ ਪੇਅਰ। ਠੀਕ ਹੈ ਜੀ, ਉਸ ਕੇਸ ਦੇ ਵਿੱਚ ਇਹਦੀ ਸ਼ੇਪ ਹੋ ਜਾਏਗੀ ਸਕੇਅਰ ਪਲੇਨਰ, ਜਿਓਮੈਟਰੀ ਔਕਟਾਹੈਡਰਲ ਹੀ ਰਹੇਗੀ ਕਿਉਂਕਿ ਉਹਦੀ ਹਾਈਬ੍ਰਿਡਾਈਜੇਸ਼ਨ sp3d2 ਹੈ। ਠੀਕ ਹੈ ਜੀ, ਸ਼ੇਪ ਸਕੇਅਰ ਪਲੇਨਰ ਹੋ ਜਾਏਗੀ। ਇਹਦੇ ਵਿੱਚ ਐਗਜ਼ਾਮਪਲ ਅਸੀਂ ਕਰਨੀ ਹੈ ICl4 1 ਨੈਗੇਟਿਵ, XEF4 ਤੇ ਲਾਸਟ ਦੇ ਵਿੱਚ ਅਸੀਂ ਕਰਦੇ ਹਾਂ sp3d3। ਇਸ ਕੇਸ ਦੇ ਵਿੱਚ ਜਾਂ ਤਾਂ ਇਹ ਹੋ ਜਾਏਗਾ ਕੋਈ ਲੋਨ ਪੇਅਰ ਨਹੀਂ ਆਏਗਾ, ਫਿਰ ਹੁੰਦੀ ਹੈ ਪੈਂਟਾਗੋਨਲ ਬਾਈਪਿਰਾਮਿਡਲ। ਠੀਕ ਹੈ ਜੀ, ਇਹ ਤਾਂ ਹੁੰਦੀ ਹੈ ਇਹਦੀ ਜਿਓਮੈਟਰੀ। ਇਹਦੇ ਵਿੱਚ ਅਸੀਂ IF7 ਬਾਰੇ ਪੜ੍ਹਦੇ ਹਾਂ। ਤੇ ਦੂਸਰਾ ਕੇਸ ਇਹਦੇ ਵਿੱਚ ਇਹ ਹੋ ਜਾਏਗਾ ਕਿ ਇੱਕ ਲੋਨ ਪੇਅਰ ਆ ਜਾਏਗਾ। ਇੱਕ ਲੋਨ ਪੇਅਰ ਜਦੋਂ ਪ੍ਰੈਜ਼ੈਂਟ ਹੋਏਗਾ ਤੇ ਇਸ ਦੀ ਜਿਹੜੀ ਸ਼ੇਪ ਹੈ ਉਹਨੂੰ ਅਸੀਂ ਡਿਸਟੋਰਟਿਡ ਔਕਟਾਹੈਡਰਲ ਕਹਿ ਦਿੰਦੇ ਹਾਂ। ਜਿਓਮੈਟਰੀ ਦੇਖੋ ਪੈਂਟਾਗੋਨਲ ਬਾਈਪਿਰਾਮਿਡਲ ਹੀ ਰਹੇਗੀ, sp3d3 ਹਾਈਬ੍ਰਿਡਾਈਜੇਸ਼ਨ ਹੋਏਗੀ, ਪਰ ਸ਼ੇਪ ਡਿਸਟੋਰਟਿਡ ਔਕਟਾਹੈਡਰਲ ਹੋ ਜਾਏਗੀ, ਜਿੱਦਾਂ ਕਿ ਅਸੀਂ XEF6 ਦੇ ਵਿੱਚ ਪੜ੍ਹਦੇ ਹਾਂ। ਦੇਖੋ ਕਿੰਨੀਆਂ ਐਗਜ਼ਾਮਪਲਸ ਮੈਂ ਤੁਹਾਨੂੰ ਇੱਥੇ ਦੱਸੀਆਂ, ਇਹ ਸਾਰੀਆਂ ਹੀ ਐਗਜ਼ਾਮਪਲਸ ਇਸ ਟ੍ਰਿਕ ਦੇ ਨਾਲ ਸੋਲਵ ਹੋ ਜਾਂਦੀਆਂ ਹਨ। ਠੀਕ ਹੈ ਜੀ, ਚਾਹੇ ਕੋਈ ਆਇਨ ਹੋਵੇ, ਚਾਹੇ ਕੋਈ ਨਿਊਟਰਲ ਮੋਲੀਕਿਊਲ ਹੋਵੇ। ਆਓ ਅਸੀਂ ਹੁਣ ਇਹਨੂੰ ਅਪਲਾਈ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਯੂਜ਼ ਕਰਨਾ ਹੈ ਇਸ ਮੈਥਡ ਨੂੰ। ਸਭ ਤੋਂ ਪਹਿਲੀ ਐਗਜ਼ਾਮਪਲ ਅਸੀਂ ਚਲੋ ਈਜ਼ੀ ਤੋਂ ਸ਼ੁਰੂ ਕਰਦੇ ਹਾਂ। ਹਾਈਬ੍ਰਿਡਾਈਜੇਸ਼ਨ ਅਸੀਂ NH3 ਦੇ ਕੇਸ ਦੇ ਵਿੱਚ ਦੇਖਦੇ ਹਾਂ। ਚਲੋ ਅਮੋਨੀਆ ਦੇ ਕੇਸ 'ਚ ਕਿਸ ਤਰੀਕੇ ਦੇ ਨਾਲ ਦੇਖੋ, ਸੈਂਟਰਲ ਐਟਮ ਹੁੰਦਾ ਹੈ ਨਾਈਟ੍ਰੋਜਨ। ਪਹਿਲਾ ਸਟੈਪ ਸੀ ਸੈਂਟਰਲ ਐਟਮ ਫਾਈਂਡ ਆਊਟ ਕਰਨਾ। ਠੀਕ ਹੈ ਜੀ, ਹੁਣ ਇਸ ਵਿੱਚ ਵੈਲੈਂਸ ਇਲੈਕਟ੍ਰੋਨ ਦੇਖਣੇ ਹਨ। ਨਾਈਟ੍ਰੋਜਨ ਜਿਹੜਾ ਹੈ ਇਸ ਦੀ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਹੁੰਦੀ ਹੈ ਦੈਟ ਇਜ਼ 2s2 2p3 ਹੁੰਦੀ ਹੈ। ਇਹਦਾ ਮਤਲਬ ਇਹਦੇ ਕੋਲ 5 ਵੈਲੈਂਸ ਇਲੈਕਟ੍ਰੋਨਸ ਜਿਹੜੇ ਹੁੰਦੇ ਹਨ, ਅਸੀਂ ਉਹਨਾਂ ਨੂੰ ਕ੍ਰੋਸਿਸ ਦੇ ਨਾਲ ਰਿਪਰੈਜ਼ੈਂਟ ਕਰ ਦੇਣਾ ਹੈ। ਠੀਕ ਹੈ, ਨਿਊਟਰਲ ਮੋਲੀਕੂਲ ਹੈ, ਕੋਈ ਵੀ ਇਸ 'ਤੇ ਚਾਰਜ ਨਹੀਂ ਹੈ। 3 ਇਹਦੇ ਵਿੱਚ ਕੀ ਹੈਗੇ ਆ, ਸਿਗਮਾ ਬੌਂਡ ਬਣੇ ਹੋਏ ਆ। ਅਗਲੇ ਸਟੈਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਿਗਮਾ ਬੌਂਡ ਦੇਖੋ 3 ਹਾਈਡਰੋਜਨ ਲੱਗੇ ਹੋਏ ਤਾਂ 3 ਸਿਗਮਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹਾਈਡਰੋਜਨ ਦੀ ਵੈਲੈਂਸੀ 1 ਹੁੰਦੀ ਹੈ, ਇਸ ਕਰਕੇ ਹਰੇਕ ਹਾਈਡਰੋਜਨ ਨੇ ਇੱਕ ਸਿਗਮਾ ਬੌਂਡ ਬਣਾ ਲਿਆ। ਬਾਕੀ ਬਚੇ 2 ਇਲੈਕਟ੍ਰੋਨ, ਦੋਵਾਂ ਇਲੈਕਟ੍ਰੋਨ ਦਾ ਇੱਕ ਕੀ ਬਣ ਜਾਏਗਾ, ਲੋਨ ਪੇਅਰ। ਠੀਕ ਹੈ, ਹੁਣ ਤੁਸੀਂ ਕੀ ਕਰਨਾ, ਵੈਲਿਊ ਦੇਖਣੀ ਹੈ। ਹੁਣ ਵੈਲਿਊ ਦੇ ਕੇਸ ਦੇ ਵਿੱਚ ਸਾਡੇ ਕੋਲ ਕੀ ਆਏਗਾ, ਸਿਗਮਾ ਬੌਂਡ ਹੈਗੇ 3 ਜਮਾ 1 ਲੋਨ ਪੇਅਰ ਹੈ, ਇਹ ਸਾਡੇ ਕੋਲ ਆ ਗਈ ਵੈਲਿਊ 4। ਦੇਖੋ 4 ਵੈਲਿਊ ਜਿਹੜੀ ਹੈ ਉਹ sp3 ਦੇ ਆਉਂਦੀ ਹੈ। ਤੇ ਸਾਨੂੰ ਇਹ ਵੀ ਪਤਾ ਹੈ ਕਿ sp3 ਦੇ ਕੇਸ ਦੇ ਵਿੱਚ ਠੀਕ ਹੈ ਜੀ, ਇੱਕ ਲੋਨ ਪੇਅਰ ਜਦੋਂ ਹੋਏਗਾ ਤਾਂ ਉਸ ਲਈ ਪਿਰਾਮਿਡਲ ਜਿਓਮੈਟਰੀ ਆਏਗੀ। ਤਾਂ ਅਮੋਨੀਆ ਦੀ ਜਿਓਮੈਟਰੀ ਜਿਹੜੀ ਹੈ ਉਹ ਇੱਥੇ ਐਕਸਪਲੇਨ ਹੋ ਜਾਂਦੀ ਹੈ, ਸ਼ੇਪ ਇਜ਼ ਪਿਰਾਮਿਡਲ। ਠੀਕ ਹੈ, ਸੋ ਇਸ ਕੇਸ ਦੇ ਵਿੱਚ ਸਾਡੇ ਕੋਲ 4 ਆਇਆ, ਹਾਈਬ੍ਰਿਡਾਈਜੇਸ਼ਨ ਕੀ ਆ ਗਈ, sp3। ਦੇਖਿਆ ਕਿੰਨਾ ਸਿੰਪਲ ਸੀਗਾ। ਹੁਣ ਚਲੋ ਇਹ ਤਾਂ ਅਸੀਂ ਨੋਨ ਜੇ ਕੰਪਾਊਂਡ ਦੀ ਦੇਖੀ ਹਾਈਬ੍ਰਿਡਾਈਜੇਸ਼ਨ। ਇਸੇ ਤਰ੍ਹਾਂ ਅਗਲੀ ਹਾਈਬ੍ਰਿਡਾਈਜੇਸ਼ਨ ਅਸੀਂ XeO3 ਦੀ ਦੇਖਦੇ ਹਾਂ। ਚਲੋ ਸੈਕੰਡ ਐਗਜ਼ਾਮਪਲ। ਹੁਣ XeO3 ਦੇ ਵਿੱਚ ਜ਼ੀਨੋਨ ਇਹਦੇ ਵਿੱਚ ਸੈਂਟਰਲ ਐਟਮ ਹੈ। ਦੇਖੋ ਜ਼ੀਨੋਨ ਇੱਕ ਨੋਬਲ ਗੈਸ ਹੈ, ਇਸ ਕਰਕੇ ਇਹਦੀ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਜੇ ਤੁਹਾਨੂੰ ਨਹੀਂ ਪਤਾ ਕਿ ਵੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ, ਇਹਦਾ ਕਿੰਨਾ ਇਹਦਾ ਐਟੋਮਿਕ ਨੰਬਰ ਹੁੰਦਾ ਹੈ, ਤਾਂ ਤੁਹਾਨੂੰ ਇੰਨਾ ਤਾਂ ਪਤਾ ਹੈ ਕਿ ਨੋਬਲ ਗੈਸਿਸ ਦੇ ਵਿੱਚ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਫਿਲਡ ਹੁੰਦੀ ਹੈ। ਵੈਸੇ ਇਹਦੇ ਵਿੱਚ 5s2 5p6 ਹੁੰਦਾ ਹੈ। ਉੱਦਾਂ ਵੀ ਜੇ ਤੁਹਾਨੂੰ ਇਹ ਨਾ ਵੀ ਪਤਾ ਹੋਵੇ ਫਿਰ ਵੀ ਤੁਸੀਂ ਇਹ ਜੱਜ ਕਰ ਸਕਦੇ ਹੋ ਕਿ ਨੋਬਲ ਗੈਸ ਹੈ ਤਾਂ ਇਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਹੀ ਹੋਣਗੇ। 3 ਆਕਸੀਜਨ ਲੱਗੇ ਹੋਏ ਹਨ। ਦੇਖੋ ਹਰ ਇੱਕ ਆਕਸੀਜਨ ਇੱਕ ਇੱਕ ਸਿਗਮਾ ਬੌਂਡ ਬਣਾਏਗਾ। ਠੀਕ ਹੈ ਜੀ, ਆਹ ਸਿਗਮਾ ਬਣਾ ਲੈ। ਹੁਣ ਸਾਨੂੰ ਇਹ ਵੀ ਪਤਾ ਹੈ ਕਿ ਇੱਕ ਆਕਸੀਜਨ ਦੀ ਵੈਲੈਂਸੀ ਕਿੰਨੀ ਹੁੰਦੀ ਹੈ, 2 ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਹਾਨੂੰ ਵੈਲੈਂਸੀ ਯਾਦ ਰੱਖਣੀ ਪਏਗੀ। ਇਹਦਾ ਮਤਲਬ ਹਰ ਇੱਕ ਆਕਸੀਜਨ ਇੱਕ ਇੱਕ ਪਾਈ ਬੌਂਡ ਵੀ ਬਣਾਏਗਾ। ਆਹ ਪਾਈ ਬੌਂਡ ਬਣ ਗਿਆ ਇੱਕ, ਆਹ ਪਾਈ ਬੌਂਡ ਬਣ ਗਿਆ ਦੂਸਰਾ, ਆਹ ਤੀਸਰਾ ਪਾਈ ਬੌਂਡ ਬਣ ਗਿਆ। ਇਹ ਤੁਸੀਂ ਸਾਰਾ ਕੁਝ ਰਫ 'ਚ ਕਰਨਾ ਹੈ। ਠੀਕ ਹੈ, ਕਲੀਅਰ ਹੈ। ਹੁਣ 3 ਪਾਈ ਬੌਂਡ ਬਣ ਗਏ ਤੇ 2 ਇਲੈਕਟ੍ਰੋਨ ਬਾਕੀ ਬਚੇ, ਇਹ ਲੋਨ ਪੇਅਰ।
ਹੁਣ ਸਾਡੀ ਵੈਲਿਊ ਕਿਸ ਤਰ੍ਹਾਂ ਆਏਗੀ, ਵੈਲਿਊ ਆਏਗੀ 3 ਸਾਡੇ ਕੋਲ ਸਿਗਮਾ ਬੌਂਡ ਹੈ ਪਲੱਸ 1 ਸਾਡੇ ਕੋਲ ਲੋਨ ਪੇਅਰ ਹੈ, ਸਾਡੇ ਕੋਲ ਵੈਲਿਊ ਆਈ 4। ਸੋ ਇਸ ਕੇਸ ਦੇ ਵਿੱਚ ਵੀ ਹਾਈਬ੍ਰਿਡਾਈਜੇਸ਼ਨ ਕੀ ਹੋਏਗੀ, sp3। ਇਸ ਕੇਸ ਦੇ ਵਿੱਚ ਵੀ ਹਾਈਬ੍ਰਿਡਾਈਜੇਸ਼ਨ sp3 ਹੋਏਗੀ, ਜਿਹਦੇ ਵਿੱਚੋਂ ਇੱਕ ਲੋਨ ਪੇਅਰ ਹੋਏਗਾ ਸਾਡੇ ਕੋਲ। ਜਿਸ ਤਰ੍ਹਾਂ ਅਮੋਨੀਆ ਦੀ ਸਟਰਕਚਰ ਸੀ ਪਿਰਾਮਿਡਲ, ਉਸੇ ਤਰ੍ਹਾਂ ਇਹਦੀ ਸਟਰਕਚਰ ਵੀ ਸਾਡੇ ਕੋਲ ਪਿਰਾਮਿਡਲ ਹੀ ਹੋਏਗੀ। ਕਲੀਅਰ ਹੈ। ਇਹ ਡਬਲ ਬੌਂਡ ਮੈਂ ਇਸ ਕਰਕੇ ਬਣਾਏ ਕਿਉਂਕਿ ਪਾਈ ਬੌਂਡ ਬਣਦਾ ਹੈ ਹਰੇਕ ਆਕਸੀਜਨ ਦੇ ਨਾਲ। ਇਹ ਤੁਸੀਂ ਯਾਦ ਰੱਖਣਾ ਹੈ, ਜੇਕਰ ਵੈਲਿਊ ਤੁਸੀਂ ਦੇਖਣੀ ਹੈ ਤਾਂ ਸਿਗਮਾ ਬੌਂਡਸ ਤੇ ਲੋਨ ਪੇਅਰ ਨੂੰ ਹੀ ਐਡ ਕਰਨਾ ਹੈ, ਪਾਈ ਬੌਂਡਸ ਇਨਕਲੂਡ ਨਹੀਂ ਕਰਨੇ। ਸੋ ਇਹਦੀ ਹਾਈਬ੍ਰਿਡਾਈਜੇਸ਼ਨ ਵੀ ਐਕਸਪਲੇਨ ਹੋ ਗਈ। ਠੀਕ ਹੈ ਜੀ। ਹੁਣ ਹੋਰ ਕੋਈ ਐਗਜ਼ਾਮਪਲ ਦੇਖ ਸਕਦੇ ਹਾਂ। ਚਲੋ XeO2F2 ਦੇਖਦੇ ਹਾਂ, ਥੋੜੇ ਜਿਹੇ ਹੋਰ ਟਿਪੀਕਲ ਕਰ ਦਿੰਦੇ। XeO2F2 ਦੇਖੋ, ਫਿਰ ਜ਼ੀਨੋਨ ਆ ਗਿਆ। ਆਊਟਰ ਇਲੈਕਟ੍ਰੋਨਿਕ ਕਨਫਿਗਰੇਸ਼ਨ 5s2 5p6, 8 electrons in their valence shell, ਇੱਕ ਸਿਗਮਾ ਬੌਂਡ F ਦੇ ਨਾਲ, ਦੂਸਰਾ ਸਿਗਮਾ ਬੌਂਡ F ਦੇ ਨਾਲ। ਠੀਕ ਹੈ ਜੀ, ਕਿਉਂਕਿ ਫਲੋਰੀਨ ਦੀ ਵੈਲੈਂਸੀ 1 ਹੁੰਦੀ ਹੈ, ਆਕਸੀਜਨ ਦੀ ਵੈਲੈਂਸੀ ਹੁੰਦੀ ਹੈ 2। ਇੱਕ ਇੱਕ ਬਣੇਗਾ ਸਿਗਮਾ ਬੌਂਡ ਤੇ ਇੱਕ ਇੱਕ ਬਣਨਗੇ ਪਾਈ ਬੌਂਡ। ਆ ਵੀ ਪਾਈ ਬਣ ਗਿਆ, ਆ ਵੀ ਪਾਈ ਬਣ ਗਿਆ, ਇੱਕ ਬਚਿਆ ਸਾਡੇ ਕੋਲ ਲੋਨ ਪੇਅਰ। ਠੀਕ ਹੈ ਜੀ। ਸੋ ਵੈਲਿਊ ਕੀ ਆਏਗੀ, ਵੈਲਿਊ ਸਾਡੇ ਕੋਲ ਆ ਰਹੀ ਹੈ 1 2 3 4, 4 sigma bonds plus 1 lone pair, so it comes out to be 5। so hybridization ਇਸ ਕੇਸ ਦੇ ਵਿੱਚ ਕੀ ਹੋ ਜਾਏਗੀ, sp3d। ਹੁਣ sp3d ਹਾਈਬ੍ਰਿਡਾਈਜੇਸ਼ਨ ਦੇ ਵਿੱਚ ਤੁਹਾਨੂੰ ਬੇਸਿਕ ਜਿਓਮੈਟਰੀ ਸਾਨੂੰ ਪਤਾ ਹੈ, ਦੈਟ ਇਜ਼ ਟ੍ਰਾਈਗੋਨਲ ਬਾਈ ਪਿਰਾਮਿਡਲ। ਸੋ ਬੇਸਿਕ ਜਿਓਮੈਟਰੀ ਉਹੀ ਰਹੇਗੀ, ਉਹਦੇ ਵਿੱਚ ਇੱਕ ਲੋਨ ਪੇਅਰ ਆ ਜਾਏਗਾ ਤੇ ਇਹਦੀ ਸਟਰਕਚਰ ਜਿਹੜੀ ਹੈ, ਉਹ ਸ਼ੇਪ ਜਿਹੜੀ ਹੈ ਉਹ ਇੱਥੇ ਇਕੁਏਟੋਰੀਅਲ ਪੋਜੀਸ਼ਨ ਦੇ ਵਿੱਚ ਤੇ ਐਕਸੀਅਲ ਪੋਜੀਸ਼ਨ ਦੇ ਵਿੱਚ 2 F ਲੱਗੇ ਹੋਣਗੇ। ਸੋ ਇਹਨੂੰ ਅਸੀਂ ਕਹਿੰਦੇ ਹਾਂ ਸੀ-ਸੌ ਸ਼ੇਪ, ਇਹਨੂੰ ਅਸੀਂ ਸੀ-ਸੌ ਸ਼ੇਪ ਕਹਿ ਦਿੰਦੇ ਹਾਂ। ਕਲੀਅਰ ਹੈ। ਹਾਂਜੀ, ਫੋਰਥ ਐਗਜ਼ਾਮਪਲ ਹੋਰ ਦੇਖਦੇ ਹਾਂ, ਥੋੜੀ ਹੋਰ ਟਿਪੀਕਲ ਕਰ ਦਿੰਦੇ ਹਾਂ। ਕੋਈ ਆਇਨ ਦੀ ਐਗਜ਼ਾਮਪਲ ਦੇਖਦੇ ਹਾਂ। ICl4 1 ਨੈਗੇਟਿਵ, ਇੱਥੇ ਆਇਓਡੀਨ ਆ ਗਿਆ। ਹੁਣ ਤੁਹਾਨੂੰ ਇਹ ਲੱਗੇਗਾ ਕਿ ਵੀ ਆਇਓਡੀਨ ਦਾ ਐਟੋਮਿਕ ਨੰਬਰ ਸਾਨੂੰ ਯਾਦ ਨਹੀਂ ਹੈ, ਇਹਦੇ ਵਿੱਚ ਆਊਟਰ ਸ਼ੈਲ ਇਲੈਕਟ੍ਰੋਨਸ ਕਿੰਨੇ ਹੋਣਗੇ। ਦੇਖੋ ਬੜਾ ਸਿੰਪਲ ਹੈ, ਆਇਓਡੀਨ ਇੱਕ ਹੈਲੋਜਨ ਹੈ ਤੇ ਹੈਲੋਜਨ ਦੇ ਵਿੱਚ ਸਾਨੂੰ ਪਤਾ ਹੈ 17th ਗਰੁੱਪ ਹੁੰਦਾ ਹੈ ਤੇ ਇਸ ਵਿੱਚ ਆਊਟਰ ਸ਼ੈਲ ਦੇ ਵਿੱਚ 5s2 5p5 ਮਤਲਬ ਕਿ 7 ਇਲੈਕਟ੍ਰੋਨਸ ਹੁੰਦੇ ਹਨ। ਇੱਕ ਇਲੈਕਟ੍ਰੋਨ ਲੈਸ ਹੁੰਦਾ ਹੈ ਨੀਅਰੈਸਟ ਨੋਬਲ ਗੈਸ ਕਨਫੀਗਰੇਸ਼ਨ ਦੇ ਨਾਲੋਂ। ਇੰਨਾ ਤਾਂ ਤੁਹਾਨੂੰ ਪਤਾ ਹੈ ਕਿ ਹੈਲੋਜਨਸ ਜਿਹੜੇ ਹਨ ਉਹਨਾਂ ਦੇ ਕੋਲ ਇੱਕ ਇਲੈਕਟ੍ਰੋਨ ਲੈਸ ਹੁੰਦਾ ਹੈ ਨੋਬਲ ਗੈਸਿਸ ਦੇ ਨਾਲੋਂ। ਇਹਦਾ ਮਤਲਬ ਇਹਦੇ ਆਊਟਰ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨਸ ਅਸੀਂ ਕਰ ਦੇਣੇ, 7। ਹੁਣ ਸਾਨੂੰ ਇਹ ਪਤਾ ਹੈ ਕਿ ਇੱਕ ਨੈਗੇਟਿਵ ਚਾਰਜ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਜਿੰਨੇ ਨੈਗੇਟਿਵ ਚਾਰਜ ਹੋਣਗੇ ਉਹ ਇਲੈਕਟ੍ਰੋਨ ਐਡ ਕਰ ਦੇਣਾ ਹੈ। ਇਹ ਡਾਟ ਦੇ ਨਾਲ ਅਸੀਂ ਇਲੈਕਟ੍ਰੋਨ ਨੂੰ ਐਡ ਕਰ ਦਿੰਦੇ ਹਾਂ। ਠੀਕ ਹੈ ਜੀ। ਬਾਕੀ ਹੁਣ ਕਲੋਰੀਨ ਦੀ ਵੈਲੈਂਸੀ ਹੁੰਦੀ ਹੈ 1, ਸੋ ਇੱਥੇ ਸਿਗਮਾ ਬੌਂਡ ਬਣ ਗਿਆ, ਦੂਸਰਾ ਸਿਗਮਾ ਬੌਂਡ ਬਣ ਗਿਆ, ਤੀਸਰਾ ਸਿਗਮਾ ਬੌਂਡ ਬਣ ਗਿਆ, ਚੌਥਾ ਸਿਗਮਾ ਬੌਂਡ ਬਣ ਗਿਆ ਤੇ ਬਾਕੀ ਦੇ ਸਾਡੇ ਕੋਲ ਪੇਅਰ, ਇੱਕ ਆ ਲੋਨ ਪੇਅਰ ਹੋ ਜਾਏਗਾ, ਇੱਕ ਆ ਲੋਨ ਪੇਅਰ ਹੋ ਜਾਏਗਾ। ਸੋ ਇਟ ਬਿਕਮਸ, ਜੋ ਵੈਲਿਊ ਹੈ ਸਾਡੇ ਕੋਲ ਕੀ ਆਏਗੀ, 4 ਸਿਗਮਾ ਬੌਂਡਸ ਪਲੱਸ 2 ਲੋਨ ਪੇਅਰਸ, ਸੋ ਇਟ ਇਜ਼ 6। ਸੋ ਹਾਈਬ੍ਰਿਡਾਈਜੇਸ਼ਨ ਕੀ ਹੋਏਗੀ, 6 ਦੇ ਲਈ ਹਾਈਬ੍ਰਿਡਾਈਜੇਸ਼ਨ ਹੁੰਦੀ sp3d2, ਦੈਟ ਇਜ਼ ਔਕਟਾਹੈਡਰਲ ਜਿਓਮੈਟਰੀ। ਹੁਣ ਔਕਟਾਹੈਡਰਲ ਜਿਓਮੈਟਰੀ ਦੇ ਕੇਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਹਦੀ ਸਟਰਕਚਰ ਬਣਾਵਾਂਗੇ, ਇਹ ਹੋ ਜਾਏਗਾ। ਸਾਨੂੰ ਪਤਾ ਇਕੁਏਟੋਰੀਅਲ ਬੌਂਡਸ ਹੁੰਦੇ ਆ, ਚਾਰੋਂ ਕਲੋਰੀਨ ਨੂੰ ਅਸੀਂ ਇਕੁਏਟੋਰੀਅਲ ਪੋਜੀਸ਼ਨਸ ਦੇ ਉੱਤੇ ਲਗਾ ਦਿੰਦੇ ਹਾਂ ਤੇ ਜਿਹੜੇ 2 ਲੋਨ ਪੇਅਰ ਹਨ ਉਹਨਾਂ ਨੂੰ ਅਸੀਂ ਅਬਵ ਐਂਡ ਬਿਲੋ ਦਿਸ। ਸੋ ਇਹਦੀ ਜਿਹੜੀ ਸ਼ੇਪ ਹੈ ਉਹ ਸਾਡੇ ਕੋਲ ਆ ਜਾਏਗੀ ਸਕੇਅਰ ਪਲੇਨਰ। ਠੀਕ ਹੈ ਜੀ, 2 ਲੋਨ ਪੇਅਰਸ ਆਉਣ ਦੇ ਕਰਕੇ। ਕਿਉਂਕਿ ਤੁਸੀਂ ਇਹ ਦੇਖੋ ਇੱਥੇ ਅਸੀਂ ਦੇਖਿਆ ਹੈ ਕਿ 6 ਜਦੋਂ ਸਾਡੇ ਕੋਲ ਵੈਲਿਊ ਆਉਂਦੀ ਹੈ ਤਾਂ ਸਾਡੇ ਕੋਲ ਹਾਈਬ੍ਰਿਡੇਸ਼ਨ ਹੁੰਦੀ ਹੈ sp3d2 ਹੁੰਦੀ ਹੈ। ਸੋ sp3d2 ਦੇ ਕੇਸ ਦੇ ਵਿੱਚ ਜਦੋਂ 2 ਲੋਨ ਪੇਅਰਸ ਆਉਂਦੇ ਹਨ ਤਾਂ ਸਾਡੇ ਕੋਲ ਜਿਓਮੈਟਰੀ ਸ਼ੇਪ ਹੁੰਦੀ ਹੈ ਸਕੇਅਰ ਪਲੇਨਰ। ਅਸੀਂ
ICl4 1 ਨੈਗੇਟਿਵ ਨੂੰ ਐਕਸਪਲੇਨ ਕੀਤਾ ਹੁਣੇ। ਸੋ ਬੱਚਿਓ, ਇਸ ਤਰ੍ਹਾਂ ਤੁਸੀਂ ਕੋਈ ਵੀ ਮੋਲੀਕਿਊਲ ਨੂੰ ਚੈੱਕ ਕਰ ਸਕਦੇ ਹਾਂ। ਨੈਕਸਟ ਅਸੀਂ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। 5th ਐਗਜ਼ਾਮਪਲ ਦੈਟ ਇਜ਼ ਕਰ ਲੈਂਦੇ ਹਾਂ ਅਸੀਂ ICl2 1 ਨੈਗੇਟਿਵ। ਚਲੋ ਇਹ ਵੀ ਅਸੀਂ ਆਇਨ ਦੀ ਦੇਖ ਲੈਂਦੇ ਹਾਂ। ਫਿਰ ਉਹੀ ਆਇਓਡੀਨ ਆ ਗਿਆ 5s2 5p5, ਸੋ 7 इलेक्ट्रॉन्स इन देयर वैलेंस शेल, एक नेगेटिव चार्ज मतलब एक इलेक्ट्रॉन एक्स्ट्रा हो जाएगा। 2 क्लोरीन लगे होणगे, सिर्फ 2 सिग्मा बॉन्ड बनेगा, ठीक है जी। तो बाकी दे जड़े साडे कोल एक लोन पेयर आ हो जाएगा, एक लोन पेयर आ हो जाएगा, एक लोन पेयर आ हो जाएगा। हम देखो वैल्यू कितनी आई, वैल्यू कम्स आउट टू बी 2 सिग्मा बॉन्ड्स प्लस 3 लोन पेयर्स, इट कम्स आउट टू बी 5। सो 5 ਦੇ ਵਿੱਚ ਹਾਈਬ੍ਰਿਡਾਈਜੇਸ਼ਨ ਜੋ ਹੈ ਉਹ ਸਾਡੇ ਕੋਲ ਕੀ ਆਂਦੀ ਹੈ sp3d, ਠੀਕ ਹੈ ਜੀ। sp3d ਹਾਈਬ੍ਰਿਡਾਈਜੇਸ਼ਨ ਹੈ। ਜੋ ਬੇਸਿਕ ਜਿਓਮੈਟਰੀ ਹੈ ਉਹ ਹੈ ਟ੍ਰਾਈਗੋਨਲ ਬਾਈਪਿਰਾਮਿਡਲ, ਪਰ 3 ਲੋਨ ਪੇਅਰਸ ਆਣ ਕਰਕੇ ਸ਼ੇਪ ਜਿਹੜੀ ਹੈ ਉਹ ਕੀ ਬਣ ਜਾਏਗੀ ਲੀਨੀਅਰ। ਦੇਖੋ ਤਿੰਨੋਂ ਹੀ ਲੋਨ ਪੇਅਰਸ ਅਸੀਂ ਇੱਥੇ ਇਕੁਏਟੋਰੀਅਲ ਪੋਜੀਸ਼ਨਸ ਤੇ ਰੱਖਾਂਗੇ ਤੇ ਕਲੋਰੀਨ ਅਬਵ ਐਂਡ ਬਿਲੋ ਇਟ, ਠੀਕ ਹੈ ਜੀ। ਸੋ ਦਿਸ ਇਜ਼ ਦਾ ਸੌਰੀ ਇੱਥੇ ਨੈਗੇਟਿਵ ਚਾਰਜ ਜ਼ਰੂਰ ਪਾ ਲੈਣਾ ਹੈ ਤੁਸੀਂ। ਆ ਦੇਖੋ ਨੈਗੇਟਿਵ ਚਾਰਜ ਜਿਹੜਾ ਹੈ ਉਹ ਇੱਥੇ ਜ਼ਰੂਰ ਐਡ ਕਰ ਲੈਣਾ ਹੈ, ਠੀਕ ਹੈ ਜੀ, ਕਿਉਂਕਿ ਇਹਦੇ 'ਤੇ ਨੈਗੇਟਿਵ ਚਾਰਜ ਸੀਗਾ। ਸੋ ਆਇਨ ਦੇ ਉੱਤੇ ਨੈਗੇਟਿਵ ਚਾਰਜ ਜ਼ਰੂਰ ਪਾਉਣਾ ਹੈ। ਇੱਥੇ ਵੀ ਤੁਸੀਂ ਨੈਗੇਟਿਵ ਚਾਰਜ ਐਡ ਕਰ ਲੈਣਾ ਹੈ। ਕਲੀਅਰ ਹੈ। ਸੋ ਇਹਦੀ ਸ਼ੇਪ ਹੋ ਗਈ ਲੀਨੀਅਰ। ਸੋ ਅੱਜ ਲਈ ਇੰਨਾ ਹੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਮੈਥਡ ਪਤਾ ਲੱਗ ਗਿਆ ਹੋਏਗਾ। ਬੜਾ ਹੀ ਸਿੰਪਲ ਅਤੇ ਈਜ਼ੀ ਮੈਥਡ ਹੈ। ਤੁਸੀਂ ਕੋਈ ਵੀ ਐਗਜ਼ਾਮਪਲ ਕਰ ਸਕਦੇ ਹੋ, ਚੈੱਕ ਕਰੋ। +2 ਦੇ ਵਿੱਚ ਜਿੰਨੀਆਂ ਵੀ ਹਾਈਬ੍ਰਿਡੇਸ਼ਨਸ ਹੈਗੀਆਂ, ਚਾਹੇ ਉਹ ਨੋਬਲ ਗੈਸਿਸ ਦੇ ਕੇਸ ਵਾਲੀਆਂ ਹਨ ਜਾਂ ਫਿਰ ਹੈਲੋਜਨਸ ਦੇ ਫੈਮਿਲੀ ਦੇ ਵਿੱਚ ਹੈਗੀਆਂ, ਉਹ ਸਾਰੀਆਂ ਹੀ ਇਸ ਮੈਥਡ ਦੇ ਨਾਲ ਤੁਸੀਂ ਐਕਸਪਲੇਨ ਕਰ ਸਕਦੇ ਹੋ। Students, I hope my videos will be helpful to understand the concepts and cover your syllabus in this pandemic. So if you like my videos, please subscribe my channel and click the bell icon for further updates. Thanks for watching.